कि ਜਿਹੜਾ ਸੀਮੈਂਟ ਦਾ ਗੱਟਾ 3500 ਦਾ ਮਿਲਦਾ ਸੀ ਨਾ, ਅੱਜ ਉਹ 6500 ਦਾ ਮਿਲਦਾ। ਪੈਟਰੋਲ ਡੀਜ਼ਲ ਦੇ ਰੇਟ ਕਿੱਥੇ ਜਾ ਚੁੱਕੇ ਨੇ। ਤੇ ਭਾਵੇਂ ਅਸੀਂ ਥੋੜੇ ਆ, ਪਰ ਲੋਕਾਂ ਨੂੰ ਜਗਾਉਣ ਲਈ ਅਸੀਂ ਇੰਨੇ ਹੀ ਬਹੁਤ ਆ। ਔਰ ਮੇਰੀ ਭੈਣਾਂ ਨੂੰ ਬੇਨਤੀ ਹੈ, ਤਿਉਹਾਰ ਨੂੰ ਮਨਾਓ, ਹੱਦਾਂ ਸਰਹੱਦਾਂ ਤੇ ਜਿੱਥੇ ਮਰਜ਼ੀ ਮਨਾਓ। ਇਹ ਸਰਕਾਰ ਨੂੰ ਤਿਉਹਾਰ ਮਨਾ ਕੇ ਵੀ ਲਾਂਤਾਂ ਪਾਓ ਕਿ ਤੇਰੇ ਦਬਾਇਆ ਅਸੀਂ ਦਬਣ ਵਾਲੇ ਨਹੀਂ ਸਰਕਾਰੇ। ਜੇ ਗੱਲ ਕਰ ਲਈਏ ਪਿਛਲੇ ਦਿਨੀ ਅਖਬਾਰਾਂ ਵਿੱਚ ਵੀ ਹੈ, ਸੁਪਰੀਮ ਕੋਰਟ ਨੇ ਕਿਹਾ 3 ਹਫ਼ਤਿਆਂ ਦਾ ਟਾਈਮ ਦਿੱਤਾ ਸੰਯੁਕਤ ਮੋਰਚੇ ਨੂੰ ਕਿ ਜਿਹੜਾ ਮੋਰਚਾ ਹੈ ਉਹ ਸੜਕਾਂ ਤੋਂ ਚੱਕ ਲਿਆ ਜਾਵੇ। ਉਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਅਸੀਂ ਕਿਹੜਾ ਸੜਕਾਂ ਬੰਦ ਕੀਤੀਆਂ? ਸੜਕਾਂ ਖੁੱਲ੍ਹੀਆਂ ਹੋਈਆਂ। ਸੜਕਾਂ ਤਾਂ ਦਿੱਲੀ ਸਰਕਾਰ ਨੇ ਬੰਦ ਕੀਤੀਆਂ, ਉਹ ਖੋਲ ਦੇਣ। ਅਸੀਂ ਕੋਈ ਸੜਕ ਨਹੀਂ ਬੰਦ ਕੀਤੀ ਹੋਈ। ਤੁਸੀਂ ਦੇਖੋ ਲਖੀਮਪੁਰ ਦੇ ਵਿੱਚ ਜਿਹੜੀ ਘਟਨਾ ਵਾਪਰੀ ਆ, ਇੱਥੋਂ ਪਤਾ ਲੱਗਦਾ ਕਿੰਨੀ ਗੰਦੀ ਸਰਕਾਰ ਆ। ਉੱਪਰੋਂ ਇਹਨਾਂ ਦੇ ਜਿਹੜੇ ਖੱਟੜ ਆ, ਉਹ ਸੋਚ, ਉਹਨਾਂ ਦੀ ਸੋਚ ਦੇਖੋ। ਉਹ ਇਹ ਕਹਿ ਰਹੇ ਆ ਲੱਠ ਵਾਲੇ ਤਿਆਰ ਕਰੋ, 500-700 बंदा लठ वाले तैयार करो और कोई बात नहीं, हम सामना करेंगे। अगर आप 6 महीने जेल में रह भी है तो कोई बात नहीं, आप लीडर बन जाओगे। इन्हों की सोच है भी गुंडियां नूं पैदा करो, क्योंकि आप गुंडे ने। अमित शाह वो तड़ी पा रहा है, आ तुसीं मोदी देख लो, आ खट्टड़ देख लो, खुद आप जे ने वही जी सोच इन्हां दी है। कैसा लग रहा है जहाँ प्रचार हो रहा है बीजेपी के खिलाफ, आपको क्या लग रहा है, सही हो रहा है या गलत हो रहा है? ये सब पॉलिटिक्स है बेटे। कैसे आपको लग रहा है? आपने कहाँ देखा? आपके पास कोई प्रूफ? जो पहले कंपनियों में मजदूर काम करते वो तो पहले भूखे मरते, उनको तो हजार अरे भाई कोई भूखा नहीं मरता। जो कंपनियों के बाहर धरना लगाते वो कौन लोग है? वो भी बाहर। आपको क्या लगता है प्राइवेटेशन बढ़नी चाहिए? जो मोदी कर रहा है अच्छा कर रहा है? प्राइवेटेशन से ही तो लोग काम करना शुरू करेंगे। तंत्र की जरूरत नहीं है, वोट पाने की जरूरत नहीं, प्राइवेट कंपनियों को वोट मांगनी चाहिए। नहीं, प्राइवेट कंपनियों को सियासी पार्टियों के ये आप जो ये माइक लेकर घूम रहे हैं, आज से 70 साल पहले आप तो ऐसे घूम सकते थे? घूमते थे, हम करते थे काम। इतना जो क्यों नहीं? अच्छा, आपके कहने का मतलब है कि पत्रकार जो है मोदी के आने के बाद पत्रकार तभी उनको अभी आज़ादी मिली है? भी लगता है तभी भाई कांग्रेस के एजेंट कैसे आप बोल सकते हैं? आपको सवाल ही कर, आप बोल रहे हो कि आड़तियों ने किसानों को खा लिया, तो आपके पास क्या प्रूफ है? आड़तियों ने किसानों को, हमारे पास क्या प्रूफ है? जिस मर्जी किसान के पास। मैं किसान हूँ, हमें तो आड़तियों ने खाया नहीं। ਦੇ ਵਿੱਚ ਕਮ ਸੇ ਕਮ ਇੰਨੀ ਗੱਲ ਜ਼ਰੂਰ ਯਾਦ ਰੱਖਿਓ ਕਿ ਲਖੀਮਪੁਰ ਦੇ ਵਿੱਚ ਜੋ ਬੀਜੇਪੀ ਸਰਕਾਰ ਨੇ ਕਰੂਰਤਾ ਦਿਖਾਈ ਆ, ਸਾਡੇ ਵੀਰਾਂ ਦੇ ਉੱਤੇ, ਜਿਹੜੇ ਨਿਹੱਥੇ ਵੀਰਾਂ ਦੇ ਉੱਤੇ ਗੱਡੀਆਂ ਚੜਾ ਕੇ ਕਿਸੇ ਮਾਵਾਂ ਦੀਆਂ ਕੁੱਖਾਂ ਨੂੰ ਜਮਾਂ ਵਰੋਲ ਕੇ ਰੱਖਤਾ, ਉਹਨਾਂ ਦੀਆਂ ਆਂਦਰਾਂ ਬਲੂੰਦਰ ਕੇ ਰੱਖਤੀਆਂ। ਆਉਣ ਵਾਲੇ ਦਸੰਬਰ ਇਲੈਕਸ਼ਨ ਦੇ ਵਿੱਚ ਇੱਕ ਗੱਲ ਨੂੰ ਜ਼ਰੂਰ ਯਾਦ ਰੱਖਿਓ, ਰੋਟੀ ਦੀ ਵੀ ਛੱਡੋ, ਪਰ ਉਹਨਾਂ ਮਾਵਾਂ ਦੀਆਂ ਅੱਖਾਂ ਦੇ ਹੰਝੂ ਜ਼ਰੂਰ ਦੇਖਿਓ ਜਿਨ੍ਹਾਂ ਦੇ ਬੱਚਿਆਂ ਨੇ ਸਰਕਾਰ ਦੇ ਖਿਲਾਫ ਆਵਾਜ਼ ਚੱਕੀ ਸੀ ਤੇ ਸਰਕਾਰ ਨੇ ਉਹਨਾਂ ਦੀ ਆਵਾਜ਼ ਸਦਾ ਲਈ ਦਬਾਤੀ। ਇਹਨਾਂ ਚੀਜ਼ਾਂ ਨੂੰ ਜ਼ਰੂਰ ਯਾਦ ਰੱਖਿਓ ਆਉਣ ਵਾਲੇ ਦਸੰਬਰ ਇਲੈਕਸ਼ਨ ਦੇ ਵਿੱਚ। ਹਾਂਜੀ, ਤੁਸੀਂ ਦੇਖ ਰਹੇ ਹੋ ਜਿੰਦਾਬਾਦ ਚੈਨਲ। ਮੈਂ ਅਮਨਦੀਪ ਸਿੰਘ ਗੜੀ। ਸੋ ਅੱਜ ਆਪਾਂ 15 ਦੀ ਮਾਰਕੀਟ ਵਿੱਚ ਪਹੁੰਚੇ ਹੋਏ ਹਾਂ। ਲਗਾਤਾਰ ਬੀਜੇਪੀ ਦਾ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ। ਸੋ ਇੱਥੇ ਜਾਣਿਆ ਪਹਿਚਾਣਿਆ ਚਿਹਰਾ ਰਾਜ ਕੌਰ ਗਿੱਲ ਜੋ ਲਗਾਤਾਰ ਕਿਸਾਨੀ ਸੰਘਰਸ਼ ਦੀ ਹਮਾਇਤ ਕਰ ਰਹੇ। ਸੋ ਇਹਨਾਂ ਨੇ ਇੱਕ ਕੰਪੇਨ ਸ਼ੁਰੂ ਕੀਤੀ ਹੋਈ ਹੈ ਕਿ ਚੰਡੀਗੜ੍ਹ ਦੀ ਹਰ ਮਾਰਕੀਟ ਦੇ ਵਿੱਚ ਜਾ ਕੇ ਜੋ ਵੀ ਬੀਜੇਪੀ ਦਾ ਵਿਰੋਧ ਕਰ ਰਹੇ ਆ, ਜੋ ਵੀ ਲੋਕ ਬੀਜੇਪੀ ਦੇ ਹੱਕ 'ਚ ਬੋਲਦੇ, ਉਹਨਾਂ ਨੂੰ ਦੱਸ ਰਹੇ ਕਿ ਅਸਲ ਸੱਚਾਈ ਜਿਹੜੀ ਕੀ ਆ। ਸੋ ਸਾਡੇ ਨਾਲ ਰਾਜ ਕੌਰ ਗਿੱਲ ਭੈਣ ਜੁੜੇ ਆ, ਗੱਲਬਾਤ ਕਰਾਂਗੇ ਆਪਾਂ। ਸਤਿ ਸ਼੍ਰੀ ਅਕਾਲ ਭੈਣ। ਸਤਿ ਸ਼੍ਰੀ ਅਕਾਲ ਜੀ। ਇਹ ਕਿਸ ਤਰ੍ਹਾਂ ਪ੍ਰੋਗਰਾਮ ਜਿਹੜਾ ਸ਼ੁਰੂ ਕੀਤਾ ਹੈ ਤੁਸੀਂ? ਇਹ ਅਸੀਂ ਪਿਛਲੇ 2 ਦਿਨ ਤੋਂ ਸਟਾਰਟ ਕੀਤਾ ਕਿ ਅਸੀਂ ਚੰਡੀਗੜ੍ਹ ਦੀ ਤਿਉਹਾਰਾਂ ਦੇ ਦਿਨ ਰੋਜ਼ ਇੱਕ ਮਾਰਕੀਟ ਦੇ ਵਿੱਚ ਜਾਵਾਂਗੇ ਤੇ ਅਸੀਂ ਇੱਦਾਂ ਪੀਸਫੁਲ ਪ੍ਰੋਟੈਸਟ ਕਰਾਂਗੇ, ਲੋਕਾਂ ਨੂੰ ਜਾਗਰੂਕ ਕਰਾਂਗੇ ਕਿ ਜਿਹੜਾ ਸੀਮੈਂਟ ਦਾ ਗੱਟਾ 3500 ਦਾ ਮਿਲਦਾ ਸੀ ਨਾ, ਅੱਜ ਉਹ 6500 ਦਾ ਮਿਲਦਾ। ਪੈਟਰੋਲ ਡੀਜ਼ਲ ਦੇ ਰੇਟ ਕਿੱਥੇ ਜਾ ਚੁੱਕੇ ਨੇ। ਸਾਡੀ ਕੋਸ਼ਿਸ਼ ਹੈ ਕਿ ਅਸੀਂ ਜਾਗਰੂਕ ਕਰੀਏ ਲੋਕਾਂ ਨੂੰ, ਕਿਉਂਕਿ ਕਿਤੇ ਵੀ ਲੱਗਦਾ ਜਿਹੜੇ ਚੌਂਕਾਂ ਵਿੱਚ ਖੜ ਕੇ ਤੁਸੀਂ ਪਹਿਲਾਂ ਜਾਗਰੂਕ ਕਰਦੇ ਸੀ, ਮਾਰਕੀਟ ਦੇ ਵਿੱਚ ਆ ਕੇ ਕਿਤੇ ਨਾ ਕਿਤੇ ਲੋਕਾਂ ਨੂੰ ਘੱਟ ਪਤਾ ਹੈ ਜੀ, ਤੇ ਇਸ ਤਰ੍ਹਾਂ ਦੀ ਕੰਪੇਨ ਚਲਾ ਕੇ ਵੱਧ ਜਾਣਕਾਰੀ ਮਿਲੂਗੀ ਲੋਕਾਂ ਨੂੰ। ਇਹੀ ਇੱਕ ਜਾਗਰੂਕਤਾ ਰੋਸ ਮਾਰਚ ਆ ਜਿਹੜੇ ਉਹ ਕਰ ਰਹੇ ਆ ਖੜ ਕੇ ਅਸੀਂ। ਤੇ ਭਾਵੇਂ ਅਸੀਂ ਥੋੜੇ ਆ, ਪਰ ਲੋਕਾਂ ਨੂੰ ਜਗਾਉਣ ਲਈ ਅਸੀਂ ਇੰਨੇ ਹੀ ਬਹੁਤ ਆ। ਬਹੁਤ ਵਧੀਆ ਲੱਗਿਆ। ਤੇ ਜਿਵੇਂ ਆਪਾਂ ਕਰਵਾ ਚੌਥ ਦੀ ਗੱਲ ਕਰ ਲਈਏ, ਅੱਜ ਕੱਲ੍ਹ ਜਿਹੜੀਆਂ ਔਰਤਾਂ ਲਈ ਆਪਣੇ ਪਤੀ ਲਈ ਕਰਵਾ ਚੌਥ ਦਾ ਦਿਨ ਮਨਾ ਰਹੀਆਂ, ਪਰ ਉਹ ਔਰਤਾਂ ਜਿਨ੍ਹਾਂ ਦੇ ਪਤੀ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੋਏ ਆ, ਕਈ ਆਪਣੇ ਘਰੇ ਨਹੀਂ ਕਾਫੀ ਲੰਬੇ ਸਮੇਂ ਤੋਂ ਆਏ ਹੋਏ ਆ, ਕਿਸ ਤਰ੍ਹਾਂ ਦਾ ਲੱਗ ਰਿਹਾ ਜੀ? ਅਸੀਂ ਪਹਿਲਾਂ ਹੀ ਇਹ ਗੱਲ ਕਹੀ ਆ, ਅੰਦੋਲਨ ਦੇ ਵਿੱਚ ਸਾਡਾ ਹਰ ਤਿਉਹਾਰ ਹੱਦਾਂ ਤੇ ਸੜਕਾਂ ਤੇ ਆ। ਦੇਖੋ ਮੈਂ ਵੀ ਮੇਰਾ ਵੀ ਵਰਤਾ
ਕੱਲ ਨੂੰ ਵੀ ਮੈਂ ਜਾਣਾ ਪ੍ਰੋਟੈਸਟ ਦੇ ਵਿੱਚ, ਭਾਵੇਂ ਮੇਰਾ ਵਰਤ ਹੋਊਗਾ, ਪਰ ਮੈਂ ਪ੍ਰੋਟੈਸਟ ਦੇ ਵਿੱਚ, ਅਗਰ ਮੈਂ ਪ੍ਰੋਟੈਸਟ ਦੇ ਵਿੱਚ ਹਰ ਜਿੱਥੇ ਸਾਡੇ ਹਸਬੈਂਡ ਹੱਦਾਂ ਦੇ ਉੱਤੇ ਆ ਤੇ ਜਿਹੜੀਆਂ ਸਾਡੀਆਂ ਭੈਣਾਂ ਨੇ ਉਹ ਵੀ ਇੱਥੇ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ, ਸੜਕਾਂ ਦੇ ਉੱਤੇ ਨੇ। ਔਰ ਮੇਰੀ ਭੈਣਾਂ ਨੂੰ ਬੇਨਤੀ ਹੈ, ਤਿਉਹਾਰ ਨੂੰ ਮਨਾਓ, ਹੱਦਾਂ ਸਰਹੱਦਾਂ ਤੇ ਜਿੱਥੇ ਮਰਜ਼ੀ ਮਨਾਓ। ਇਹ ਸਰਕਾਰ ਨੂੰ ਤਿਉਹਾਰ ਮਨਾ ਕੇ ਵੀ ਲਾਹਨਤਾਂ ਪਾਓ ਕਿ ਤੇਰੇ ਦਬਾਇਆਂ ਅਸੀਂ ਦਬਣ ਵਾਲੇ ਨਹੀਂ ਸਰਕਾਰੇ। ਅਸੀਂ ਹਰ ਤਿਉਹਾਰ ਸੰਯੁਕਤ ਮੋਰਚੇ ਦੀਆਂ ਜੋ ਕਾਲਸ ਆਉਂਦੀਆਂ ਨੇ, ਹਨਾ, ਠੀਕ ਹੈ, ਕਰਵਾ ਚੌਥ ਦੇ ਤਿਉਹਾਰ ਦੀ ਕੋਈ ਜ਼ਿਆਦਾ ਕਾਲ ਨਹੀਂ ਆ, ਬਟ ਮੈਂ ਆਪਦੀਆਂ ਭੈਣਾਂ ਨੂੰ ਇਹੀ ਗੱਲ ਕਹੂੰਗੀ, ਬੇਸ਼ੱਕ ਵੀਰ ਉੱਥੇ ਨੇ ਪਰ ਉਹ ਸਾਡੇ ਦਿਲਾਂ ਦੇ ਵਿੱਚ ਨੇ। ਆਪਦੇ ਤਿਉਹਾਰ ਨੂੰ ਖੁਸ਼ੀ ਨਾਲ ਮਨਾਓ। ਜਿਸ ਤਰ੍ਹਾਂ ਪਹਿਲਾਂ ਸਿਰਫ ਚੌਂਕਾਂ ਦੇ ਵਿੱਚ ਸੰਘਰਸ਼ ਹੈਗਾ, ਸਰਕਾਰ ਨੂੰ ਇਹ ਵੀ ਲੱਗਦਾ ਸੀ ਸੰਘਰਸ਼ ਬਹੁਤ ਛੋਟਾ ਆ, ਇਹ ਚੌਂਕਾਂ ਵਿੱਚ ਖੜ ਕੇ ਕੀ ਕਰ ਲੋਗੇ। ਜਿਸ ਤਰ੍ਹਾਂ ਤੁਸੀਂ ਮਾਰਕੀਟ ਵਿੱਚ ਆ ਕੇ ਲੋਕਾਂ ਨੂੰ ਸੰਬੋਧਨ ਕਰਨਾ ਸ਼ੁਰੂ ਕਰਤਾ, ਕਿਉਂਕਿ ਅਸੀਂ ਵੀ ਦੇਖ ਰਹੇ ਸਾਰੇ ਲੋਕ ਤੁਹਾਨੂੰ ਸੁਣ ਰਹੇ ਆ ਜੀ ਖੜ ਕੇ, ਤੇ ਕੀ ਲੱਗਦਾ ਕਿ ਬੜਾ ਬਦਲਾਅ ਆਊਗਾ, ਲੋਕਾਂ ਵਿੱਚ ਨਵੀਂ ਜਾਗਰੂਕਤਾ ਆਊਗੀ। ਬੀਜੇਪੀ ਨੂੰ ਜਿਹੜੀ ਕਰਾਰੀ ਹਾਰ ਜਿਹੜੀ ਦੇਣ ਦੀ ਉਹ ਸ਼ੁਰੂਆਤ ਹੋ ਚੁੱਕੀ ਹੈ ਜੀ। ਬਿਲਕੁਲ ਬਿਲਕੁਲ, ਸਾਨੂੰ ਐ ਲੱਗਦਾ ਕਿ ਅਸੀਂ ਉਹ ਚੀਜ਼ ਕਰੀਏ ਕਿ ਲੋਕਾਂ ਨੂੰ ਜਾਗਰੂਕ ਕਰੀਏ, ਠੀਕ ਆ। ਸਾਡਾ ਕੰਮ ਆ ਜਾਗਰੂਕ ਕਰਨਾ, ਅੰਦੋਲਨ ਨੂੰ ਪੀਸਫੁਲੀ ਲੜਨਾ, ਹਨਾ, ਤੇ ਅਸੀਂ ਉਹ ਕੰਮ ਕਰ ਰਹੇ ਹਾਂ ਕਿਉਂਕਿ ਅਸੀਂ ਅੰਦੋਲਨ ਲੜਨਾ, ਸਾਨੂੰ ਕਿਸੇ ਚੀਜ਼ ਨਾਲ ਕੋਈ ਮਤਲਬ ਨਹੀਂ ਹੈਗਾ। ਔਰ ਅਸੀਂ ਇਹੀ ਸੋਚਣਾ ਕਿ ਇਹ ਅੰਦੋਲਨ ਸਾਡਾ ਕਿੱਦਾਂ ਅੱਗੇ ਵੱਧਦਾ ਹੈ, ਕਿੱਦਾਂ ਇਸ ਅੰਦੋਲਨ ਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਵਧਾਉਣੀ ਆ। ਅਸੀਂ ਇੱਕ ਅੰਦੋਲਨ ਨੂੰ ਉੱਪਰ ਕਰਨ ਦੇ ਲਈ ਤੇ ਚੰਡੀਗੜ੍ਹ ਦੇ ਵਿੱਚ ਬੀਜੇਪੀ ਦੇ ਖਿਲਾਫ ਕਿ ਬੀਜੇਪੀ ਦੀਆਂ ਜੜ੍ਹਾਂ ਪੁੱਟ ਕੇ ਰਵਾਂਗੇ, ਤਾਂ ਇਹ ਕੰਪੈਨੀਅਨ ਉਸ ਚੀਜ਼ ਦੇ ਲਈ ਹੈ। ਇਹ ਜੇ ਗੱਲ ਕਰ ਲਈਏ ਪਿਛਲੇ ਦਿਨੀ ਅਖਬਾਰਾਂ ਵਿੱਚ ਵੀ ਹੈ, ਸੁਪਰੀਮ ਕੋਰਟ ਨੇ ਕਿਹਾ 3 ਹਫ਼ਤਿਆਂ ਦਾ ਟਾਈਮ ਦਿੱਤਾ ਸੰਯੁਕਤ ਮੋਰਚੇ ਨੂੰ ਕਿ ਜਿਹੜਾ ਮੋਰਚਾ ਹੈ ਉਹ ਸੜਕਾਂ ਤੋਂ ਚੱਕ ਲਿਆ ਜਾਵੇ, ਉਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਅਸੀਂ ਕਿਹੜਾ ਸੜਕਾਂ ਬੰਦ ਕੀਤੀਆਂ, ਸੜਕਾਂ ਖੁੱਲੀਆਂ ਹੋਈਆਂ, ਸੜਕਾਂ ਤਾਂ ਦਿੱਲੀ ਸਰਕਾਰ ਨੇ ਬੰਦ ਕੀਤੀਆਂ, ਉਹ ਖੋਲ ਦੇਣ। ਅਸੀਂ ਕੋਈ ਸੜਕ ਨਹੀਂ ਬੰਦ ਕੀਤੀ ਹੋਈ, ਅਸੀਂ ਤਾਂ ਲਿਖ ਕੇ ਵੀ ਲਾਤਾ ਕਿ ਸੜਕਾਂ ਖੋਲੋ, ਕਿਉਂਕਿ ਜਿਹੜੇ ਉਹ ਬੈਰੀਅਰ ਲਾਏ ਆ, ਜੋ ਵੀ ਲਾਇਆ ਉਹ ਸਰਕਾਰ ਦਾ ਲਾਇਆ। ਬਾਕੀ ਸੰਯੁਕਤ ਮੋਰਚਾ ਸਾਨੂੰ ਜੋ ਵੀ ਕਾਲ ਦੇਊਗਾ ਅਸੀਂ ਉਹਨਾਂ ਦੇ ਨਾਲ ਹਰ ਟਾਈਮ ਨਾਲ। ਕਿਸ ਤਰ੍ਹਾਂ ਲੱਗ ਰਿਹਾ ਨੌਜਵਾਨ ਕੁੜੀਆਂ, ਇੱਕ ਪਾਸੇ ਨੌਜਵਾਨ ਕੁੜੀਆਂ ਕਰਵਾ ਚੌਥ ਰੱਖੀਆਂ, ਇੱਕ ਪਾਸੇ ਤੁਸੀਂ ਸੰਘਰਸ਼ਾਂ ਦੇ ਰਾਹ ਤੇ ਤੁਰੇ ਹੋ, ਕਿਸ ਤਰ੍ਹਾਂ ਦਾ ਲੱਗ ਰਿਹਾ? ਅਸੀਂ ਇਹੀ ਕਹਿ ਰਹੇ ਹਾਂ ਕਿ ਜੇ ਅਸੀਂ ਜਿਹੜੇ ਫਾਸਟ ਕੁੜੀਆਂ ਰੱਖ ਰਹੀਆਂ ਇਹ ਵੀ ਫਾਸਟ ਜੇ ਅਸੀਂ ਤਦ ਹੀ ਰੱਖ ਪਾਵਾਂਗੇ ਜੇ ਸਾਡੇ ਕਿਸਾਨ ਹੋਣਗੇ, ਕਿਉਂਕਿ ਸਾਡੇ ਲਈ ਕਿਸਾਨ ਜੋ ਕਰ ਰਹੇ ਹੈ ਸ਼ਾਇਦ ਉਹ ਕੋਈ ਵੀ ਨਹੀਂ ਕਰ ਸਕਦਾ। ਇਹ ਜਿਹੜੀ ਬੀਜੇਪੀ ਸਰਕਾਰ ਅਸੀਂ ਸੋਚ ਰਹੇ ਸਾਨੂੰ ਰੋਟੀ ਦੇ ਰਹੀ ਹੈ, ਰੋਟੀ ਬੀਜੇਪੀ ਨਹੀਂ ਦੇ ਰਹੀ ਹੈ, ਸਾਨੂੰ ਕਿਸਾਨ ਦੇ ਰਹੇ ਹੈ। ਸਾਨੂੰ ਇਸ ਟਾਈਮ ਉਹਨਾਂ ਦੇ ਨਾਲ ਖੜੇ ਹੋਣਾ ਚਾਹੀਦਾ ਹੈ। ਇਹ ਮੈਂ ਹੀ ਨਹੀਂ ਕਹਿ ਰਹੀ ਕਿ ਤੁਸੀਂ ਤਿਉਹਾਰ ਭੁੱਲ ਜਾਓ, ਤਿਉਹਾਰ ਮਨਾਓ, ਸਭ ਕੁਝ ਕਰੋ, ਲੇਕਿਨ ਆਪਣੇ ਜਿਹੜੇ ਕਿਸਾਨ ਬਾਰਡਰ 'ਚ ਬੈਠੇ ਆ ਉਹਨਾਂ ਨੂੰ ਵੀ ਯਾਦ ਰੱਖੋ, ਕਿਉਂਕਿ ਅਸੀਂ ਅੱਜ ਜੋ ਵੀ ਹੈ ਸ਼ਾਇਦ ਅਸੀਂ ਉਹਨਾਂ ਦੇ ਕਾਰਨ ਹੀ ਹੈ। ਵੀਰ ਕੰਪੇਨ ਚਲਾਈ ਕਿਤੇ ਨਾ ਕਿਤੇ ਇਹ ਵੀ ਲੱਗਦਾ ਕਿ ਲੋਕਾਂ ਵਿੱਚ ਜਾਗਰੂਕਤਾ ਦੀ ਕਮੀ ਹੈਗੀ ਆ, ਉਹਨੂੰ ਤੁਸੀਂ ਪੂਰੀ ਕਰਨ ਲਈ ਕੰਪੇਨ ਚਲਾ ਰਹੇ ਹੋ? ਬਿਲਕੁਲ ਜੀ, ਸਾਨੂੰ 1 ਸਾਲ ਹੋ ਗਿਆ ਜੀ ਪ੍ਰੋਟੈਸਟ ਕਰਦੇ ਨੂੰ, ਪਰ ਹੁਣ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈਗਾ। ਅਸੀਂ ਇੱਕ ਛੋਟੀ ਜਿਹੀ ਕੰਪੇਨ ਚਲਾਈ ਹੈ ਵੀ ਲੋਕੀ ਮਾਰਕੀਟ ਤੋਂ, ਕਿਉਂਕਿ ਚੰਡੀਗੜ੍ਹ ਦੇ ਜਿਹੜੇ ਲੋਕ ਆ ਅਸੀਂ ਦੇਖੀਏ ਵੀ ਉਹਨਾਂ ਨੂੰ ਕਿਸਾਨੀ ਦੇ ਨਾਲ ਕੋਈ ਇੰਨਾ ਉਹ ਨਹੀਂ, ਉਹਨਾਂ ਨੂੰ ਇਹ ਲੱਗਦਾ ਵੀ ਕਿਸਾਨ ਬਾਰਡਰਾਂ ਦੇ ਬੈਠੇ, ਸਾਡਾ ਕੋਈ ਲੈਣਾ ਦੇਣਾ ਉਹਨਾਂ ਨਾਲ ਨਹੀਂ ਹੈਗਾ। ਪਰ ਉਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਜਿਹੜੇ ਕਿਸਾਨ ਬੈਠੇ ਨੇ ਉਹ ਤੁਹਾਡੇ ਕਰਕੇ ਹੀ ਬੈਠੇ ਨੇ, ਇਹ ਸਮਝ ਲੈਣਾ ਚਾਹੀਦਾ। ਕਿਉਂਕਿ ਕੱਲ ਨੂੰ ਜਦੋਂ ਕਾਰਪੋਰੇਟ ਘਰਾਣੇ ਦੇ ਵਿੱਚ ਸਾਰਾ ਕੁਝ ਚਲੇ ਗਿਆ, ਕਿਸਾਨ ਲੜਾਈ ਕੀ ਆ, ਕਾਰਪੋਰੇਟ ਘਰਾਣੇ ਦੇ ਨਾਲ ਲੜਾਈ ਆ ਕਿਸਾਨਾਂ ਦੀ। ਅਸੀਂ ਤਾਂ ਇਹਨਾਂ ਨੂੰ ਇਹ ਵੀ ਦੱਸ ਰਹੇ, ਹਿਮਾਚਲ ਤੁਸੀਂ ਦੇਖਿਆ ਸੇਬ ਵਪਾਰੀਆਂ ਦਾ ਕੀ ਹਾਲ ਹੋਇਆ, ਹੁਣ ਵਪਾਰੀ ਰੋ ਰਹੇ ਨੇ ਉੱਥੇ ਬੈਠੇ, ਰੋ ਰਹੇ ਨੇ ਉੱਥੇ ਬੈਠੇ। ਪਰ ਅਸੀਂ ਇਹ ਕੰਪੇਨ ਚਲਾਈ ਵੀ ਲੋਕਾਂ ਨੂੰ ਇਹ ਵੀ ਦੱਸੀਏ, ਅਸੀਂ ਚੰਡੀਗੜ੍ਹ ਦੇ ਸ਼ਹਿਰ ਵਾਸੀ ਹਾਂ, ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਸਾਡਾ, ਮੈਂ ਇੱਕ ਲਿਸਟ ਤਿਆਰ ਕੀਤੀ ਹੈ ਵੀ 2013 ਦੇ ਵਿੱਚ ਕਿਆ ਸੀਗਾ ਤੇ 2021 ਚ ਕੀ ਆ। 80% ਮਹਿੰਗਾਈ ਵਧੀ, 80%। ਤੇ ਵੀਰੇ ਇੱਕ ਇਸ ਮਾਰਕੀਟ ਤੋਂ ਅੱਜ ਤੁਸੀਂ ਸ਼ੁਰੂ ਕੀਤੀ 15 ਦੀ ਮਾਰਕੀਟ ਤੋਂ, ਤੇ ਚੰਡੀਗੜ੍ਹ ਦੀ ਹਰ ਮਾਰਕੀਟ ਤੱਕ ਜਾਓਗੇ ਜੀ? ਦੇਖੋ ਅਸੀਂ ਇਸ ਮਾਰਕੀਟ ਤੋਂ ਨਹੀਂ ਸ਼ੁਰੂ ਕੀਤੀ, ਅਸੀਂ ਪਹਿਲਾਂ 46 ਦੀ ਮਾਰਕੀਟ ਸੀਗੇ, ਕੱਲ ਅਸੀਂ 32 ਦੀ ਮਾਰਕੀਟ ਖੜੇ ਆ, ਅੱਜ ਅਸੀਂ 15 ਦੀ ਮਾਰਕੀਟ ਹੈ। ਜਦੋਂ ਤੱਕ ਦੀਵਾਲੀ ਆ ਅਸੀਂ ਜਿਹੜੀ ਮਾਰਕੀਟ ਵਿੱਚ ਲਹਿਰਾਂ ਵਹਿਰਾਂ ਨੇ ਉੱਥੇ ਅਸੀਂ ਜਾਵਾਂਗੇ, ਉੱਥੇ ਲੋਕਾਂ ਨੂੰ ਦੱਸਾਂਗੇ ਵੀ ਇਸ ਸਰਕਾਰ ਨੇ ਸਾਡਾ ਕਿੰਨਾ ਕੁ ਨੁਕਸਾਨ ਕੀਤਾ, ਸਾਡਾ ਦੇਸ਼ ਵੇਚ ਕੇ ਖਾ ਗਏ ਨੇ, ਸਾਡੇ ਕਿਸਾਨਾਂ ਦੇ ਹਾਲਾਤ ਮਾੜੇ ਕਰਤੇ ਨੇ। 700 ਤੋਂ ਵੱਧ ਕਿਸਾਨ ਬਾਰਡਰਾਂ 'ਤੇ ਸ਼ਹੀਦ ਹੋ ਗਿਆ। ਤੁਸੀਂ ਦੇਖੋ ਲਖੀਮਪੁਰ ਦੇ ਵਿੱਚ ਜਿਹੜੀ ਘਟਨਾ ਵਾਪਰੀ ਆ, ਇੱਥੋਂ ਪਤਾ ਲੱਗਦਾ ਕਿੰਨੀ ਗੰਦੀ ਸਰਕਾਰ ਆ। ਉੱਪਰੋਂ ਇਹਨਾਂ ਦੇ ਜਿਹੜੇ ਖੱਟੜ ਆ ਉਹ ਸੋਚ, ਉਹਨਾਂ ਦੀ ਸੋਚ ਦੇਖੋ, ਉਹ ਇਹ ਕਹਿ ਰਹੇ ਆ ਲੱਠ ਵਾਲੇ ਤਿਆਰ ਕਰੋ, 500-700 बंदा लठ वाले तैयार करो और कोई बात नहीं, हम सामना करेंगे। अगर आप 6 महीने जेल में रह भी है तो कोई बात नहीं, आप लीडर बन जाओगे। इन्हां दी सोच देखो
ਇਹ ਲੀਡਰ ਗੁੰਡਿਆਂ ਨੂੰ ਬਣਾਉਣਾ ਚਾਹੁੰਦੇ ਨੇ। ਪੜ੍ਹਿਆ ਲਿਖਿਆ ਇਨਸਾਨਾਂ ਨੂੰ ਲੀਡਰ ਨਹੀਂ ਚਾਹੀਦਾ। ਇਹਨਾਂ ਦੀ ਸੋਚ ਹੈ ਵੀ ਗੁੰਡਿਆਂ ਨੂੰ ਪੈਦਾ ਕਰੋ, ਕਿਉਂਕਿ ਆਪ ਗੁੰਡੇ ਨੇ। ਅਮਿਤ ਸ਼ਾਹ ਉਹ ਤੜੀ ਪਾਰ ਹੈ, ਆ ਤੁਸੀਂ ਮੋਦੀ ਦੇਖ ਲਓ, ਆ ਖੱਟੜ ਦੇਖ ਲਓ, ਖੁਦ ਆਪ ਜਿਹੇ ਨੇ ਉਹੀ ਜੀ ਸੋਚ ਇਹਨਾਂ ਦੀ ਹੈ। ਬਹੁਤ ਬਹੁਤ ਧੰਨਵਾਦ ਵੀਰ। ਸੋ ਇਹ ਵੀਰ ਇੱਥੇ ਜੁੜੇ ਹੋਏ ਨੇ ਜੋ ਲਗਾਤਾਰ 3 ਦਿਨਾਂ ਤੋਂ ਅਲੱਗ-ਅਲੱਗ ਮਾਰਕੀਟਾਂ 'ਚ ਜਾ ਕੇ ਤਿਉਹਾਰਾਂ ਦਾ ਟਾਈਮ ਚੱਲ ਰਿਹਾ ਤੇ ਬੀਜੇਪੀ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ, ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਨੇ। ਸੋ ਇੱਥੇ ਮਾਰਕੀਟ ਵਿੱਚ ਜਿਹੜੇ ਲੋਕ ਪਹੁੰਚੇ ਹੋਏ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ। कैसा लग रहा है जहाँ प्रचार हो रहा है बीजेपी के खिलाफ, आपको क्या लग रहा है, सही हो रहा है या गलत हो रहा है? ये सब पॉलिटिक्स है बेटे, कुछ नहीं है, नथिंग। ये जी किसानों की लड़ाई नहीं है, ये पॉलिटिक्स है। किसान वो 25% भी है नहीं। कैसे आपको लग रहा है कि जिन्ने खाण पीण वाले वो इकट्ठे हुए हैं, मीट खानी, दारू पीना, गंदे काम करने असी रोज़ देख रहे हैं, कोई किसान नहीं है वो। कैसे आपको लग रहा है, आपने कहाँ देखा, आपने आपके पास कोई प्रूफ? वहाँ बंदे टीवी पे बैठ के स्पीच करते हैं, किसी के पास 2 एकड़ जमीन नहीं है। वो आपको कैसे लग रहा है, आपके पास क्या प्रूफ है? प्रूफ है, 15 में रहते हैं सरदार जी, उनके पास भी नहीं। यूनिवर्सिटी के प्रोफेसर साहब रिटायर हुए हैं। उनको कहना है कि जमीनों से ही किसान बने हैं ना, अगर जमीनें पेश थी तभी डिग्रियां की है, तभी जो बड़ी बड़ी नौकरियों पे लगे। जमीन तो बनी नहीं, जो जमीन होता जमींदार था वो तो खा लिया आड़ती ने। जी आप कैसे लड़ाई है। आपको कैसे लगता है कि आड़तियों ने जिम्मेदार खा लिया, आपको कैसे? जी हमारे पास 50 केस है ऐसे, किसान के बेटे को जरूरत पड़ती है, वो कहता मेरे को पापा फीस जमा करानी है, वो कहता जाके आड़ती से पकड़ ले। आड़ती कितना ब्याज लाता है, क्या वो अनपढ़ है बेचारा? जितने मर्जी पैसे लगा ले उसको, वो घर को कुछ नहीं लेके जाता। क्या लगता है अगर कंपनियां, बाद वो उसका जो जमीन का 1 एकड़ है उससे लिखवा लेता है। क्या लगता है अगर कंपनियां जो कि सिस्टम सेट हो जाएगा? सिस्टम ऑनलाइन हो गया ना सारा, आपके अकाउंट में आपके पैसे आ रहे हैं, मेरे पैसे नहीं आ रहे। जो पहले कंपनियों में मजदूर काम करते वो तो पहले भूखे मरते, उनको तो हजार सर भाई कोई भूखा नहीं मरता। जो कंपनियों के बाहर धरना लगाते वो कौन लोग हैं? वो भी बाहर से हैं। वो तो भैया उनका तो दाती थोड़ा जहाँ चला गया, वहाँ जहाँ दाती थोड़े का झंडा लग गया, वो फैक्ट्री बंद। थोड़े की बात नहीं है, बात यह है कि कई ने बंद करा दी दाती थोड़ा हरेक। भाई मेरी बात सुनो, जहाँ जो कंपनियां उनके बाहर कितनी JCT वो इन्होंने बंद करवा दी दाती थोड़े वालों ने, जहाँ भी चले गए ना। ये को क्या लगता है प्राइवेटेशन बढ़नी चाहिए, जो मोदी कर रहा है अच्छा कर रहा है? प्राइवेटेशन से ही तो लोग काम करना शुरू करेंगे। बाकी कंपनियों जो इंडिया से बाहर जितने भी हैं वहाँ सब कुछ प्राइवेट ही है, प्राइवेट तरक्की हो रही है प्राइवेट से। लोकतंत्र की जरूरत नहीं है, वोट पाने की जरूरत नहीं, प्राइवेट कंपनियों को वोट मांगनी चाहिए। नहीं, प्राइवेट कंपनियों को सियासी पार्टियों के नहीं, जो सरकार है उसका काम है एडमिनिस्ट्रेशन को चलाना, उसका सामान बेचना का काम। जब देश को प्राइवेट कंपनियां चलाएगी तो सरकार की क्या जरूरत? आज तक क्या तरक्की हो गई जो आप इतना चिल्ला रहे हैं? आज तक 17 साल में क्या तरक्की हो गई? अभी क्या तरक्की? अभी तो देश डूब रहा है ना। पेट्रोल की कीमत मालूम है? ये आप जो ये माइक लेकर घूम रहे हैं, आज से 17 साल पहले आप तो ऐसे घूम सकते थे? घूमते थे, हम करते थे काम इतना जो क्यों नहीं? अच्छा, आपके कहने का मतलब है कि पत्रकार जो है मोदी के आने के बाद पत्रकार तभी उनको अभी आज़ादी मिली है? भी लगता है नहीं, आपके कहने का मतलब है 70 साल पहले, जो आज से 10-12 साल पहले पत्रकार ऐसे घूम नहीं सकते? नहीं, ऐसे पत्रकार तक वो आज़ादी नहीं थी। क्यों नहीं आज़ादी थी? आपको कौन बोल रहा है? आपको मालूम है पत्रकार कभी शुरू हुई? इमरजेंसी के टाइम में कोई पत्रकार निकलता था बाहर? बथेरे पत्रकार थे। एक भी पत्रकार नहीं था भाई। घरों के घर बर्बाद हो गए, कोई पत्रकार बाहर नहीं आया भाई। बहुत से पत्रकार थे, पैदा नहीं होते जब तक हमने इमरजेंसी झेली हुई है। आपने झेली नहीं इमरजेंसी, आपने इमरजेंसी का टाइम देखा नहीं हुआ। हमारे बुजुर्गों ने तो देखा हुआ है ना टाइम। हाँ, बुजुर्गों ने देखा होगा। तो क्या लगा अभी अच्छा हो रहा है? 100 रुपए डीजल हो गया। अच्छा हो रहा है, डीजल भी 100 रुपये ठीक है, सब कुछ ठीक है। आगे जैसा जैसा टाइम होगा, महंगाई जैसे जैसी होगी, ऐसे ऐसे एकदम इतनी महंगाई बढ़ जाना। आज से बीजेपी से पहले पेट्रोल 60-65 रुपए लीटर था। कोरोना हुआ है, सब कुछ हुआ है, वो किसी में तो निकलेगा, सरकार अपने पल्ले से तो देगी नहीं। सरकार से तो ऑक्सीजन भी नहीं पूरी हुई, तो बाहर से तभी तो आई थी ना, तभी। हाँ। भाई कांग्रेस के एजेंट कैसे आप बोल सकते हैं? आपको सवाल ही कर, आप बोल रहे हो कि आड़तियों ने किसानों को खा लिया, तो आपके पास क्या प्रूफ है? आड़तियों ने किसानों को, हमारे पास क्या प्रूफ है? जिस मर्जी किसान के पास। मैं किसान हूँ, हमें तो आड़तियों ने खाया नहीं, आप कैसे बोल रहे हैं? नहीं होंगे आरती को, जंगल में फंसे नहीं होंगे आपके पिताजी? क्यों नहीं फंसे भाई? हम भी कर्जा लेते हैं, हमारे भी, पर ऐसे कभी हुआ नहीं आड़ती ने ऐसे इतना ब्याज लगाया। समय के जो कंपनियां वो खाते हैं लोगों को। जो अनपढ़ है उसने कभी चेक नहीं किया, जो पढ़ा लिखा। आपके कहने का मतलब हम अनपढ़ है, किसान अनपढ़ है? नहीं, किसान अनपढ़ है ना। कैसे किसान नहीं? अगर अनपढ़ है तो जो तोमर है वो जवाब क्यों नहीं दे पाता किसान?
वो तो जो बात तो फिर डिबेट क्यों करते हैं? तो बता, बात करने को तैयार नहीं है जब। क्यों नहीं बात, क्यों किसानों ने? इसको रद्द करो इसको। अरे मेरा भाई, किसानों ने, हमारा आपस में कोई झगड़ा है, तोमर ने इतनी सोल्यूशन तो बात से ही निकलेगा। अंदर तोमर ने इतनी बार माना है कि हाँ, जो खेतीबाड़ी मंत्री है कि हाँ अंदर बैठा मान जाता है और बाहर जाके मुकर जाता है। हाँ, जो हो रहा रियलिटी है जो हुआ है। जो भैया हो रहा है ठीक हो रहा है, बस रोटी खाओ, आनंद करो, सो जाओ। तो रोटी आएगी कहाँ से? खेतों में से आनी है रोटी? कौन सा दरख्त है आपको छत पे रोटी लग रहेगी, कोई प्रॉब्लम नहीं है। ਸੋ ਮਾਰਕੀਟ ਵਿੱਚ ਪ੍ਰਚਾਰ ਕਰ ਰਹੇ ਨੇ, ਕਿਸਾਨ ਸੰਘਰਸ਼ ਨੂੰ ਹਮਾਇਤ ਕਰ ਰਹੇ ਨੇ। ਇੱਥੇ ਕਿਸਾਨ ਜਿਹੜੇ ਸੰਘਰਸ਼ ਚਲਾਉਂਦੇ ਨੇ ਚੰਡੀਗੜ੍ਹ ਦੇ ਵਿੱਚ। ਸੋ 15 ਦੀ ਮਾਰਕੀਟ ਵਿੱਚ ਸਾਡੇ ਨਾਲ ਜਿਹੜੇ ਮਾਰਕੀਟ ਵਿੱਚ ਲੋਕ ਆਏ ਹੋਏ ਆ ਉਹ ਵੀ ਸਾਡੇ ਨਾਲ ਜੁੜੇ ਹੋਏ ਨੇ। ਲੋਕਾਂ ਦਾ ਕੀ ਵਿਚਾਰ ਆ ਉਹ ਵਿਚਾਰ ਆਪਾਂ ਲੋਕਾਂ ਤੋਂ ਲੈਂਦੇ। ਵੀਰ, ਪ੍ਰਚਾਰ ਕਰ ਰਹੇ ਆ ਬੀਜੇਪੀ ਦੇ ਖਿਲਾਫ, ਕੀ ਲੱਗਦਾ ਸਹੀ ਆ ਜਾਂ ਗਲਤ ਪ੍ਰਚਾਰ ਹੋ ਰਿਹਾ? ਬਿਲਕੁਲ ਸਹੀ ਹੋ ਰਿਹਾ ਜੀ, ਕਿਉਂਕਿ ਜਦੋਂ ਪ੍ਰਾਈਵੇਟਾਈਜੇਸ਼ਨ ਸਾਰਾ ਕੁਝ ਚਲਾ ਜਾਏਗਾ, ਇਹਦਾ ਕਿਸਾਨ ਮੂਹਰੇ ਲੱਗੇ ਹੈ। ਇਹ ਜਿਹੜੀ ਪ੍ਰੋਬਲਮ ਹੈ ਪੂਰੀ ਦੁਨੀਆ ਨੂੰ, ਆਪਣੇ ਪੂਰੇ ਹਿੰਦੁਸਤਾਨ ਨੂੰ ਆਉਣ ਵਾਲੀ ਹੈ। ਜੇ ਕੱਲ ਨੂੰ ਰੋਟੀ ਮਹਿੰਗੀ ਹੋ ਗਈ ਤੇ ਆਮ ਬੰਦਾ ਜਿਹੜਾ ਦਿਹਾੜੀਦਾਰ ਆ ਉਹ ਕਿੱਥੋਂ ਖਾਊਗਾ? ਜਿਹੜਾ ਇੱਕ ਨਾਰਮਲ ਘਰ, ਸਾਡੇ ਵਰਗੇ ਮੀਡੀਓਕਰ ਫੈਮਿਲੀ ਦਾ ਘਰ ਜਿਹੜਾ 25-30 ਹਜ਼ਾਰ ਚੱਲਦਾ ਸੀ, ਅੱਜ 50 ਹਜ਼ਾਰ ਚੱਲਣਾ ਔਖਾ ਹੋਇਆ ਪਿਆ। ਤੇ ਸਾਡੇ ਤੇ ਇੰਪੈਕਟ ਆ ਰਿਹਾ ਇਹਦਾ, ਤੇ ਇਹ ਪ੍ਰੋਟੈਸਟ ਬਿਲਕੁਲ ਸਹੀ ਹੈ। ਕਈ ਲੋਕ ਸਾਨੂੰ ਇੱਥੇ ਮਿਲਦੇ ਜਿਹੜੇ ਜ਼ਿਆਦਾਤਰ ਭਗਤ ਆਪਾਂ ਕਹਿ ਸਕਦੇ, ਉਹ ਕਹਿੰਦੇ ਆ ਕਿ ਇਹ ਮਹਿੰਗਾਈ ਤਾਂ ਅੱਗੇ ਵੱਧਦੀ ਸੀਗੀ, ਹੁਣ ਵੀ ਵੱਧ ਗਈ, ਫਿਰ ਕੀ ਹੋਇਆ? ਦੇਖੋ, ਹੁਣ ਅੰਨਿਆਂ ਨੂੰ ਤਾਂ ਸਮਝਾਇਆ ਨਹੀਂ ਜਾ ਸਕਦਾ, ਪਰ ਜਿਹੜੇ ਜਾਗੇ ਐਟਲੀਸਟ ਉਹ ਆਪਾਂ ਜ਼ਰੂਰ ਅੱਗੇ ਆਈਏ, ਤੇ ਜਿਹੜੇ ਅੰਨੇ ਆਪਣੇ ਆਪ ਜਾਗਣਗੇ ਹੌਲੀ ਹੌਲੀ। ਤੇ ਵੀਰ, ਤੁਸੀਂ ਕੋਈ ਨੌਕਰੀ ਕਰਦੇ ਹੋ ਜੀ? ਨਹੀਂ, ਮੈਂ ਬਿਜ਼ਨਸ ਕਰਦਾ ਜੀ। ਤੇ ਵੀਰ, ਉਹ ਕਈਆਂ ਲੋਕਾਂ ਦਾ ਕਹਿਣਾ ਕਿ ਕਈ ਕਿਸਾਨਾਂ ਕੋਲ ਤਾਂ 2 ਏਕੜ ਜ਼ਮੀਨ ਵੀ ਨਹੀਂ ਹੈਗੀ ਆ, ਇੱਥੇ ਸ਼ਹਿਰਾਂ 'ਚ ਰਹਿੰਦੇ ਬੜੇ ਵਧੀਆ, ਤੇ ਉਹ ਕਿਸਾਨਾਂ ਦਾ ਪ੍ਰੋਟੈਸਟ ਸਾਥ ਦੇ ਰਹੇ ਆ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਉਹ ਹੁਣ ਦੇਖੋ, ਉਹਨਾਂ ਨੂੰ ਨੌਲੇਜ ਘੱਟ ਹੈ ਕਈ ਚੀਜ਼ਾਂ ਦੀ। ਇਹ ਸੁਣੀਆਂ ਸੁਣਾਈਆਂ ਗੱਲਾਂ ਹੈ। ਭਾਵੇਂ ਕਿਸੇ ਕੋਲ 2 ਏਕੜ ਜ਼ਮੀਨ ਹੈ, ਭਾਵੇਂ 10 ਹੈ, ਭਾਵੇਂ 100 ਏਕੜ ਹੈ, ਜੇ ਉਹਦਾ ਇੰਪੈਕਟ ਆਏਗਾ ਤਾਂ ਇਕੱਲੇ ਕਿਸਾਨਾਂ ਤੇ ਨਹੀਂ, ਆਪਣੇ ਪੂਰੇ ਇੰਡੀਆ ਤੇ ਆਏਗਾ, ਹਰ ਆਮ ਇਨਸਾਨ ਤੇ ਆਏਗਾ। ਤੇ ਉਹ ਉਹਨਾਂ ਦੀ ਸੋਚ ਹੈ। ਆਪਾਂ ਨੂੰ ਚਾਹੀਦਾ ਕਿ ਆਪਾਂ ਨੂੰ ਹੌਲੀ ਹੌਲੀ ਬਦਲੀਏ। ਇਹ ਵੀ ਵੀਰ ਕਿਹਾ ਜਾ ਸਕਦਾ ਕਿ ਕਿਸਾਨਾਂ ਦੀ ਅਗਰ ਆਰਥਿਕਤਾ ਡਗਮਗਾਉਂਦੀ ਆ ਨਾ, ਤਾਂ ਪੂਰੇ ਦੇਸ਼ ਉੱਤੇ ਜਿਹੜਾ ਆ ਉਹ ਇਫੈਕਟ ਪੈਂਦਾ ਉਸ ਚੀਜ਼ ਦਾ। ਹਾਂਜੀ, ਬਿਲਕੁਲ ਪਏਗਾ ਜੀ, ਕਿਉਂਕਿ ਕਿਸਾਨ ਦੀ ਜਿਹੜੀ ਆਪਣੀ ਇਕਨੋਮੀ ਆ ਉਹ ਕਿਸਾਨੀ ਤੇ ਟਿਕੀ ਹੋਈ ਹੈ। ਹਿੰਦੁਸਤਾਨ ਜਿਹੜਾ ਹੈਗਾ ਇੱਕ ਉਹ ਪਿੰਡਾਂ ਦਾ ਦੇਸ਼ ਹੈ। ਪਿੰਡਾਂ ਦੇ ਵਿੱਚ ਖੇਤ ਹੈ, ਖੇਤਾਂ 'ਚ ਕਿਸਾਨ ਹੈ, ਫਸਲ ਹੋਊਗੀ। ਜਦੋਂ ਤੱਕ ਜ਼ਿਮੀਂਦਾਰ ਦੇ ਕੋਲ ਪੈਸਾ ਨਹੀਂ ਹੋਊਗਾ, ਆਪਣੀ ਇਕਨੋਮੀ ਉੱਤੇ ਨਹੀਂ ਉੱਠ ਸਕਦੀ। ਤੇ ਇਸ ਕਰਕੇ ਇਹ ਆਪਾਂ ਨੂੰ ਸੋਚ ਰੱਖਣੀ ਚਾਹੀਦੀ ਹੈ ਕਿ ਕਿਸਾਨਾਂ ਨੂੰ ਉੱਪਰ ਚੱਕੀਏ, ਇਹਨਾਂ ਨੂੰ ਆਪਾਂ ਐਮਪਾਵਰਮੈਂਟ ਕਰੀਏ, ਨਾ ਕਿ ਆਪਾਂ ਅੰਬਾਨੀ ਤੇ ਅੰਡਾਨੀ ਨੂੰ ਇਹਨਾਂ ਦੀ ਪਾਵਰ ਦੇ ਕੇ ਕਿਸਾਨਾਂ ਨੂੰ ਕਮਜ਼ੋਰ ਕਰੀਏ। ਥੈਂਕ ਯੂ ਵੀਰ, बहुत बहुत थैंक यू। बिल्कुल सही कह रहे हैं। ये मार्केट है, देख लो, ये सारे बंदे बैठे हैं, एक भी कस्टमर नहीं है। क्यों नहीं? किसी की जेब में पैसा नहीं है, मजदूर बेले हैं, उनके पास काम नहीं है, बिल्कुल भी काम नहीं है। जहाँ लोग आते हैं वो कहते हैं मोदी तो बहुत अच्छा काम करता है। मोदी कुछ भी नहीं कर रहा है, सिर्फ झूठ बोल रहा है, सिर्फ झूठ बोल रहा है और कुछ भी नहीं कर रहा है। आप बताइए, कुछ किया उसने? क्या किया? वो कहते हैं अगर महंगाई तो आगे भी बढ़ती थी, अब भी महंगाई बढ़ रही है। महंगाई भाई साहब बढ़ती थी, लेकिन बहुत एक सिस्टम से बढ़ती थी, एकदम से डबल नहीं होती थी। आप देख रहे हो, सरसों का तेल महंगा हो गया, पेट्रोल महंगा होगा, पेट्रोल डीजल महंगा होने से सारी चीज़ों के रेट डबल हो रहे हैं, सारी चीज़ों के रेट डबल हैं। आप देख रहे हैं लोगों की जेब में पैसे नहीं हैं। और क्या लगता है कि जैसे पहले का समा था, मोदी से पहले का समा, तब आपका बिजनेस अच्छा चलता था? बिल्कुल बढ़िया चलता था जी, फर्स्ट क्लास। मैं एक बिजनेसमैन हूँ, मैं इलेक्ट्रीशियन हूँ, मेरी अपनी शॉप है इलेक्ट्रिक रिपेयर की। इसके पहले क्या था जी, सिस्टम से काम चलता था। अब लोगों के घरों में जैसे दिवाली आती, लाइटें लगवाते थे, अपनी लाइटें जलाते थे। अब किसी के घर में लाइटें लग रही हैं, उनसे पूछते भी हैं तो कहते हैं जी पैसे नहीं है, पैसे नहीं है। महंगाई बहुत, पेट्रोल भी 100 के पार। पेट्रोल बिल्कुल 100 के पार हो गया जी, 100 के पार लोग। इस बार मोदी सरकार को हराएंगे आप? बिल्कुल जी, बिल्कुल हराएंगे। लोगों को जागरूक करने में हेल्प करेंगे? बिल्कुल बिल्कुल जी, मैं किसान का बेटा हूँ, मैं हर किसी को जागरूक करता रहता हूँ हमेशा। जहाँ भी हमें मौका मिलता है, जिस भी प्लेटफॉर्म पे मैं कस्टमर के पास जाता हूँ, उनको भी जागरूक करता हूँ। कई लोगों का कहना है कि जो किसान प्रोटेस्ट कर रहे हैं, ऐसे कईयों के पास 2 एकड़ ज़मीन भी नहीं है। नहीं, ऐसी कोई बात नहीं है जी, कुछ तो है। अगर किसान, मैं कह रहा हूँ प्रोटेस्ट कर रहा है, उसके पास ज़मीन नहीं है, लेकिन वो बाहर है, वो खरीद के तो खा रहा है। मान लीजिए उसकी मजदूरी 500 थी, मजदूरी तो 500 ही है, पिछले साल भी 500 थी, इस साल भी 500 है, पर जो सरसों का तेल उसको 100 में मिलता था, उसको 200 में मिल रहा है। अगर महंगाई बढ़ेगी, उसकी जेब पे तो फर्क पड़ेगा। अन्न से ही लोगों का पेट भरता है, बगैर रोटी के तो पेट भरेगा नहीं, जीवन चलेगा नहीं। अन्न कहाँ से आता है? किसानों से ही आता है, किसान पैदा करके देता है। असली देवता तो वही है,
किसान ही है अन्न देवता। अन्न के बगैर तो कुछ नहीं चलेगा। बंदा सोना तो नहीं खा सकता, नोट तो नहीं खा सकता, खाएगा तो अन्न ही, रोटी खाएगा, चावल खाएगा, दाल खाएगा, वो कहाँ से आएगा? किसान से ही आएगा, तो कहाँ से खाएगा? ਬਹੁਤ ਬਹੁਤ ਧੰਨਵਾਦ। ਸੋ ਮਾਰਕੀਟ ਵਿੱਚ ਕਈ ਤਰ੍ਹਾਂ ਦੇ ਲੋਕ ਮਿਲੇ ਆਪਾਂ ਨੂੰ, ਸੋ ਗੱਲਬਾਤ ਇਹਨਾਂ ਨਾਲ ਕੀਤੀ ਆ, ਪਤਾ ਲੱਗਿਆ ਕਿ ਜੋ ਜਿਸ ਤਰ੍ਹਾਂ ਮਹਿੰਗਾਈ ਲਗਾਤਾਰ ਵੱਧ ਰਹੀ ਹੈ ਦੇਸ਼ ਦੇ ਵਿੱਚ, ਇੱਕ ਤਾਂ ਮਹਿੰਗਾਈ ਦਾ ਸਤਰ ਬਹੁਤ ਜ਼ਿਆਦਾ ਉੱਚਾ ਵਧਿਆ, ਤਾਂ ਉਹਦੇ ਪਰ ਲੋਕਾਂ ਨੇ ਸਰਕਾਰ ਦੇ ਉੱਤੇ ਕਈ ਸਾਰੇ ਸਵਾਲ ਉਠਾਏ ਆ ਕਿ ਜਿਹੜਾ ਸਰਕਾਰ ਆ ਉਹ ਲਗਾਤਾਰ ਜਿਹੜੀ ਆ ਫੇਲ ਹੁੰਦੀ ਨਜ਼ਰ ਆ ਰਹੀ ਆ। ਤੇ ਬੀਜੇਪੀ ਦਾ ਤਾਂ ਦੇਖ ਸਕਦੇ ਹੋ ਪੰਜਾਬ ਵਿੱਚ ਬਹੁਤ ਹੀ ਬੁਰਾ ਹਾਲ ਹੈ, ਕਿਉਂਕਿ ਲੋਕ ਲਗਾਤਾਰ ਉਹਨਾਂ ਦਾ ਜਿਹੜਾ ਆ ਵਿਰੋਧ ਕਰ ਰਹੇ ਆ। ਸੋ ਕੈਮਰਾਮੈਨ ਦੀਪ ਦੇ ਨਾਲ ਅਮਨਦੀਪ ਸਿੰਘ ਗੜੀ।